ਅੱਜ ਆਓ ਅਸੀਂ ਸਾਡੀ ਸਵਰਗੀ ਮਾਤਾ ਇਸ ਵਿਸ਼ੇ ਦੇ ਅਧੀਨ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਬਾਈਬਲ ਦੀਆਂ 66 ਕਿਤਾਬਾਂ ਵਿੱਚੋਂ ਪਰਮੇਸ਼ਵਰ ਨੇ ਸਾਨੂੰ ਜੋ ਮਹੱਤਵਪੂਰਨ ਸਿੱਖਿਆ ਦਿੱਤੀ ਹੈ ਉਹ ਮਾਤਾ ਪਰਮੇਸ਼ਵਰ ਦੀ ਸੱਚਾਈ ਹੈ, ਜਿਸ ਨੂੰ ਸਾਰੀ ਮਨੁੱਖ ਜਾਤੀ ਨੂੰ ਅੰਤਮ ਦਿਨਾਂ ਵਿੱਚ ਪਤਾ ਹੋਣਾ ਚਾਹੀਦਾ ਹੈ। ਜਿਵੇਂ ਅਸੀਂ ਪਹਿਲਾਂ ਅਧਿਐਨ ਕੀਤਾ ਹੈ, ਸਵਰਗੀ ਮਾਤਾ ਜੀ ਅਤ ਪਵਿੱਤਰ ਅਸਥਾਨ ਦੀ ਅਸਲੀਅਤ ਹਨ। ਅਸੀਂ ਸਿੱਖਿਆ ਹੈ ਕਿ ਸੰਸਾਰਿਕ ਪਰਿਵਾਰ ਇੱਕ ਪਰਛਾਵਾਂ ਹੈ ਅਤੇ ਸਵਰਗੀ ਪਰਿਵਾਰ ਉਸ ਦੀ ਅਸਲੀਅਤ ਹੈ। ਅੱਜ ਮੈਂ ਇਹਨਾਂ ਵਚਨਾਂ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ, ਕਿਉਂਕਿ ਜ਼ਿਆਦਾਤਰ ਲੋਕ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕਰਦੇ। ਹਾਲਾਂਕਿ ਬਾਈਬਲ ਸਿਖਾਉਂਦੀ ਹੈ ਕਿ ਸਾਨੂੰ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਅੰਤ ਵਿੱਚ ਸਦੀਪਕ ਸਵਰਗ ਦੇ ਰਾਜ ਵਿੱਚ ਪਹੁੰਚਣ ਲਈ ਸਾਨੂੰ ਵਿਸ਼ਵਾਸ ਦੇ ਕਿਹੜੇ ਰਾਹ ਤੇ ਚੱਲਣਾ ਚਾਹੀਦਾ ਹੈ? ਆਓ ਅਸੀਂ ਬਾਈਬਲ ਦੁਆਰਾ ਇਸ ਦਾ ਜਵਾਬ ਲੱਭੀਏ। ਯਿਸੂ ਨੇ ਕਿਹਾ ਕਿ ਹਰ ਕੋਈ ਜੋ ਪਰਮੇਸ਼ਵਰ ਦੇ ਵਚਨਾਂ ਨੂੰ ਸਹੀ ਢੰਗ ਨਾਲ ਸਮਝਦਾ ਹੈ ਅਤੇ ਉਸ ਨੂੰ ਅਮਲ ਵਿੱਚ ਲਿਆਉਂਦਾ ਹੈ, ਉਹ ਇੱਕ ਬੁੱਧੀਮਾਨ ਵਿਅਕਤੀ ਦੀ ਤਰ੍ਹਾਂ ਹੈ ਜਿਸ ਨੇ ਚੱਟਾਨ ਉੱਤੇ ਆਪਣਾ ਘਰ ਬਣਾਇਆ ਹੈ। ਹਾਲਾਂਕਿ ਭਾਵੇਂ ਕੋਈ ਬਾਈਬਲ ਦੇ ਵਚਨਾਂ ਉੱਤੇ ਵਿਸ਼ਵਾਸ ਕਰੇ ਪਰ ਉਹ ਉਹਨਾਂ ਉੱਤੇ ਅਮਲ ਨਹੀਂ ਕਰਦਾ, ਤਾਂ ਉਹ ਇੱਕ ਮੂਰਖ ਵਿਅਕਤੀ ਹੈ। ਯਿਸੂ ਨੇ ਭਵਿੱਖਬਾਣੀ ਕੀਤੀ ਕਿ ਜੇਕਰ ਅਜਿਹਾ ਵਿਅਕਤੀ ਹੁਣ ਵਿਸ਼ਵਾਸ ਕਰਨ ਵਾਲਾ ਲੱਗਦਾ ਹੈ, ਪਰ ਜਦੋਂ ਲਹਿਰਾਂ ਵੱਧਦੀਆਂ ਹਨ ਅਤੇ ਮੁਸੀਬਤ ਜਾਂ ਅਤਿਆਚਾਰ ਆਉਂਦੇ ਹਨ, ਤਾਂ ਉਹ ਆਖਰਕਾਰ ਆਪਣਾ ਵਿਸ਼ਵਾਸ ਛੱਡ ਦੇਣਗੇ। ਫਿਰ ਅੱਜ ਬਾਈਬਲ ਦੀਆਂ 66 ਕਿਤਾਬਾਂ ਦੇ ਵਚਨਾਂ ਦੁਆਰਾ ਜੋ ਪਰਮੇਸ਼ਵਰ ਦੇ ਭੇਤਾਂ ਦਾ ਇੱਕ ਭੰਡਾਰ ਹੈ, ਆਓ ਅਸੀਂ ਇੱਕ ਵਾਰ ਦੁਬਾਰਾ ਸਾਡੀ ਸਵਰਗੀ ਮਾਤਾ ਜੀ ਦੀ ਮੌਜੂਦਗੀ ਦੇ ਬਾਰੇ ਪੁਸ਼ਟੀ ਕਰੀਏ। ਆਓ ਅਸੀਂ ਅੰਤ ਤੱਕ ਵਿਸ਼ਵਾਸ ਨਾਲ ਮਾਤਾ ਜੀ ਦੇ ਪਿੱਛੇ ਚੱਲੀਏ, ਜਿੱਥੇ ਕਿਤੇ ਵੀ ਉਹ ਸਾਨੂੰ ਲੈ ਜਾਣ, ਅਤੇ ਪਰਮੇਸ਼ਵਰ ਦੀਆਂ ਸਾਰੀਆਂ ਸਿੱਖਿਆਵਾਂ ਦਾ ਪਾਲਨ ਕਰੀਏ ਤਾਂ ਜੋ ਅਸੀਂ ਸਦੀਪਕ ਸਵਰਗ ਦੇ ਰਾਜ ਵਿੱਚ ਪਹੁੰਚ ਸਕੀਏ। ਭਾਵੇਂ ਬਹੁਤ ਸਾਰੇ ਲੋਕ ਨਾ ਜਾਣਦੇ ਹੋਏ ਕਿ ਕਿੱਥੇ ਜਾਣਾ ਹੈ, ਉਦੇਸ਼ ਤੋਂ ਬਿਨਾਂ ਜੀਵਨ ਜੀ ਰਹੇ ਹਨ, ਪਰ ਕੀ ਪਰਮੇਸ਼ਵਰ ਨੇ ਸਾਨੂੰ ਸਾਡੇ ਜੀਵਨ ਵਿੱਚ ਉਦੇਸ਼ ਅਤੇ ਦਿਸ਼ਾ ਨਹੀਂ ਦਿੱਤੀ? ਅਸੀਂ ਕਿੰਨੇ ਧੰਨ ਹਾਂ! ਅਸੀਂ ਅਸਲ ਵਿੱਚ ਪਰਮੇਸ਼ਵਰ ਦੇ ਧੰਨ ਲੋਕ ਹਾਂ। ਜੇਕਰ ਕੋਈ ਤੁਹਾਨੂੰ ਪੁੱਛੇ ਜੀਵਨ ਦਾ ਉਦੇਸ਼ ਕੀ ਹੈ, ਤਾਂ ਕਿਰਪਾ ਕਰਕੇ ਉਹਨਾਂ ਨੂੰ ਉਪਦੇਸ਼ਕ ਦੀ ਪੋਥੀ ਅਧਿਆਇ 12 ਵਚਨ 13 ਦਿਖਾਓ। ਆਓ ਅਸੀਂ ਉਹਨਾਂ ਨੂੰ ਦੱਸੀਏ ਕਿ ਸਾਨੂੰ ਪਰਮੇਸ਼ਵਰ ਕੋਲੋਂ ਡਰਨਾ ਚਾਹੀਦਾ ਹੈ। ਪਰਮੇਸ਼ਵਰ ਕੋਲੋਂ ਡਰਨਾ ਅਤੇ ਉਹਨਾਂ ਦੀ ਆਗਿਆ ਨੂੰ ਮੰਨਣਾ ਇਨਸਾਨ ਦਾ ਇਹੋ ਰਿਣ ਹੈ। ਸਾਨੂੰ ਜੋ ਕੁਝ ਕਰਨ ਦੀ ਲੋੜ ਹੈ ਉਹ ਇੱਥੇ ਦਰਜ ਹੈ। ਜੇਕਰ ਅਸੀਂ ਇਸ ਰਾਹ ਉੱਤੇ ਚੱਲਦੇ ਰਹੀਏ ਤਾਂ ਅੰਤ ਵਿੱਚ ਸਾਡੇ ਲਈ ਸਵਰਗ ਦੇ ਬੂਹੇ ਖੋਲ ਦਿੱਤੇ ਜਾਣਗੇ। ਫਿਰ ਉਸ ਸ਼ਾਨਦਾਰ ਦੁਨੀਆ ਵਿੱਚ ਜਿੱਥੇ ਕੋਈ ਮੌਤ ਜਾਂ ਦੁੱਖ ਨਹੀਂ ਹੈ, ਸਿਓਨ ਦੀਆਂ ਸਾਰੀਆਂ ਸੰਤਾਨਾਂ ਨੂੰ ਸਦੀਪਕ ਜੀਵਨ ਅਤੇ ਆਸ਼ੀਸ਼ ਦਿੱਤੀ ਜਾਵੇਗੀ, ਹੈ ਨਾ? ਮਾਤਾ ਜੀ ਦੇ ਬਾਰੇ ਸੱਚਾਈ ਨੂੰ ਸਾਡੇ ਸਾਹਮਣੇ ਪ੍ਰਗਟ ਕਰਨ ਲਈ ਪਰਮੇਸ਼ਵਰ ਨੇ ਬਾਈਬਲ ਵਿੱਚ ਅਜਿਹੇ ਪੱਤਰਾਂ ਨੂੰ ਪੇਸ਼ ਕੀਤਾ ਜੋ ਸਵਰਗੀ ਮਾਤਾ ਜੀ ਨੂੰ ਦਰਸਾਉਂਦੇ ਹਨ। ਉਤਪਤ ਅਧਿਆਇ 3 ਵਿੱਚ ਹਵਾ ਸਾਰੇ ਜਿਉਂਦਿਆਂ ਦੀ ਮਾਤਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ, ਅਤੇ ਉਤਪਤ 17 ਵਿੱਚ ਉਹ ਕੌਮਾਂ ਦੀ ਮਾਤਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ, ਅਤੇ ਗਲਾਤੀਆਂ ਅਧਿਆਇ 4 ਵਿੱਚ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਦਾ ਜ਼ਿਕਰ ਹੈ। ਮਾਤਾ ਸ਼ਬਦ ਦੇ ਦੁਆਰਾ ਬਾਈਬਲ ਅਤੇ ਨਬੀ ਸਾਡੀ ਆਤਮਿਕ ਮਾਤਾ ਜੀ ਦੀ ਮੌਜੂਦਗੀ ਦੀ ਪੁਸ਼ਟੀ ਕਰਦੇ ਹਨ। ਪਹਿਲਾਂ ਆਓ ਅਸੀਂ ਉਤਪਤ ਅਧਿਆਇ 3 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 3 ਵਚਨ 20, ਆਦਮੀ ਨੇ ਆਪਣੀ ਤੀਵੀ ਦਾ ਨਾਮ ਹਵਾ ਰੱਖਿਆ, ਇਸ ਲਈ ਕਿ ਉਹ ਸਾਰੇ ਜਿਉਂਦਿਆਂ ਦੀ ਕੀ ਹੈ? ਮਾਤਾ ਹੈ। ਇੱਥੇ ਇਹ ਕਹਿੰਦਾ ਹੈ ਕਿ ਉਹ ਸਾਰੇ ਜਿਉਂਦਿਆਂ ਦੀ ਮਾਤਾ ਬਣ ਗਈ। ਪਰਮੇਸ਼ਵਰ ਸਾਨੂੰ ਦਿਖਾਉਂਦੇ ਹਨ ਕਿ ਹਵਾ ਉਹ ਸਾਰੇ ਜਿਉਂਦਿਆਂ ਦੀ ਮਾਤਾ ਨੂੰ ਦਰਸਾਉਂਦੀ ਹੈ। ਫਿਰ
ਪਰਮੇਸ਼ਵਰ ਕੀ ਚਾਹੁੰਦੇ ਹਨ ਕਿ ਅਸੀਂ ਆਦਮ ਦੇ ਦੁਆਰਾ ਜੋ ਹਵਾ ਦਾ ਪਤੀ ਸੀ ਕਿਸ ਦੇ ਬਾਰੇ ਸਮਝੀਏ? ਕਿ ਪਰਮੇਸ਼ਵਰ ਨੇ ਆਦਮ ਨੂੰ ਪਿਤਾ ਪਰਮੇਸ਼ਵਰ ਦੇ ਪ੍ਰਤੀ ਨਿੰਦਾ ਦੇ ਰੂਪ ਵਿੱਚ ਪੇਸ਼ ਨਹੀਂ ਕੀਤਾ ਸੀ। ਇਸ ਤਰ੍ਹਾਂ ਪਰਮੇਸ਼ਵਰ ਨੇ ਸਾਨੂੰ ਇਹ ਸਮਝਾਉਣ ਦੀ ਇਜਾਜ਼ਤ ਦਿੱਤੀ ਕਿ ਹਵਾ ਸਾਡੀ ਆਤਮਿਕ ਮਾਤਾ ਹੈ। ਆਓ ਅਸੀਂ ਇਸ ਦੀ ਪੁਸ਼ਟੀ ਕਰਨ ਲਈ ਰੋਮੀਆਂ ਅਧਿਆਇ 5 ਉੱਤੇ ਜਾਈਏ। ਅਧਿਆਇ 5 ਵਚਨ 14। ਤਾਂ ਵੀ ਆਦਮ ਤੋਂ ਲੈ ਕੇ ਮੂਸਾ ਤਾਈਂ ਮੌਤ ਨੇ ਉਹਨਾਂ ਉੱਤੇ ਵੀ ਰਾਜ ਕੀਤਾ ਜਿਨ੍ਹਾਂ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਸੀ ਕੀਤਾ। ਇਹ ਆਦਮ ਕਿਸ ਦਾ ਨਮੂਨਾ ਹੈ? ਆਉਣ ਵਾਲੇ ਦਾ ਨਮੂਨਾ ਸੀ। ਕਿ ਇਸ ਦਾ ਮਤਲਬ ਇਹ ਨਹੀਂ ਕਿ ਉਹ ਮਸੀਹ ਦਾ ਚਿੰਨ੍ਹ ਹੈ ਜੋ ਆਉਣ ਵਾਲਾ ਹੈ। 3 ਰੂਪ 1 ਦੇ ਅਨੁਸਾਰ ਮਸੀਹ ਕੌਣ ਹਨ? ਉਹ ਪਿਤਾ ਪਰਮੇਸ਼ਵਰ ਹਨ। ਫਿਰ ਆਦਮ ਦੀ ਪਤਨੀ ਹਵਾ ਸਾਰੇ ਜਿਉਂਦੇ ਮਨੁੱਖਾਂ ਦੀ ਕੌਣ ਹੈ? ਉਹ ਸਾਰੇ ਜਿਉਂਦਿਆਂ ਦੀ ਮਾਤਾ ਹੈ। ਇਸ ਲਈ ਹਵਾ ਕਿਸ ਨੂੰ ਦਰਸਾਉਂਦੀ ਹੈ? ਉਹ ਮਾਤਾ ਪਰਮੇਸ਼ਵਰ ਨੂੰ ਦਰਸਾਉਂਦੀ ਹੈ। ਹੁਣ ਆਓ ਅਸੀਂ ਉਤਪਤ ਅਧਿਆਇ 17 ਵੇਖੀਏ। ਅਧਿਆਇ 17 ਵਚਨ 15। ਫਿਰ ਪਰਮੇਸ਼ਵਰ ਨੇ ਅਬਰਾਹਮ ਨੂੰ ਆਖਿਆ, ਸਾਰੇ ਜੋ ਤੇਰੀ ਪਤਨੀ ਹੈ ਤੂੰ ਉਹਦਾ ਨਾਮ ਸਾਰੇ ਨਾ ਆਖੀ, ਸਗੋਂ ਉਹਦਾ ਨਾਮ ਸਾਰਾ ਹੋਵੇਗਾ। ਮੈਂ ਉਹਨੂੰ ਆਸ਼ੀਸ਼ ਦਿਆਂਗਾ ਅਤੇ ਮੈਂ ਤੈਨੂੰ ਉਸ ਤੋਂ ਇੱਕ ਪੁੱਤਰ ਵੀ ਦਿਆਂਗਾ। ਮੈਂ ਉਹਨੂੰ ਆਸ਼ੀਸ਼ ਦਿਆਂਗਾ ਅਤੇ ਉਹ ਕੀ ਹੋਵੇਗੀ? ਕੌਮਾਂ ਦੀ ਮਾਤਾ ਹੋਵੇਗੀ। ਬਾਈਬਲ ਕਹਿੰਦੀ ਹੈ ਕਿ ਹਵਾ ਸਾਰੇ ਜਿਉਂਦੇ ਮਨੁੱਖਾਂ ਦੀ ਮਾਤਾ ਹੈ ਅਤੇ ਸਾਰਾ ਕੌਮਾਂ ਦੀ ਮਾਤਾ ਹੋਵੇਗੀ। ਆਓ ਅਸੀਂ ਜਾਣੀਏ ਕਿ ਸਾਰਾ ਦਾ ਪਤੀ ਅਬਰਾਹਮ ਲੂਕਾ ਅਧਿਆਇ 16 ਵਿੱਚ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਕਿਸ ਨੂੰ ਦਰਸਾਉਂਦਾ ਹੈ? ਬਾਈਬਲ ਵਿੱਚ ਜੋੜੇ ਵਚਨਾਂ ਦੇ ਦੁਆਰਾ ਅਤੇ ਆਦਮ ਤੇ ਅਬਰਾਹਮ ਦੇ ਪਰਿਵਾਰਾਂ ਦੇ ਦੁਆਰਾ ਪਰਮੇਸ਼ਵਰ ਸਾਨੂੰ ਪਿਤਾ ਪਰਮੇਸ਼ਵਰ ਦੇ ਨਾਲ ਨਾਲ ਮਾਤਾ ਪਰਮੇਸ਼ਵਰ ਦੇ ਬਾਰੇ ਸੱਚਾਈ ਸਿਖਾਉਂਦੇ ਹਨ। ਦ੍ਰਿੜ ਵਿਸ਼ਵਾਸ ਦੇ ਨਾਲ ਸਾਨੂੰ ਸਿਓਨ ਦੀਆਂ ਸਾਰੀਆਂ ਸੰਤਾਨਾਂ ਨੂੰ ਅੰਤ ਤੱਕ ਸਦੀਪਕ ਸਵਰਗ ਦੇ ਰਾਜ ਵੱਲ ਦੌੜਨਾ ਚਾਹੀਦਾ ਹੈ। ਆਓ ਅਸੀਂ ਲੂਕਾ ਅਧਿਆਇ 16 ਵਚਨ 23 ਵੇਖੀਏ। ਅਰ ਪਤਾਲ ਵਿੱਚ ਦੁਖੀ ਹੋ ਕੇ ਉਸਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਦੂਰੋਂ ਅਬਰਾਹਮ ਨੂੰ ਅਰ ਉਹਦੀ ਗੋਦ ਵਿੱਚ ਲਾਜ਼ਰ ਨੂੰ ਡਿੱਠਾ। ਇਹ ਧਨੀ ਮਨੁੱਖ ਅਤੇ ਲਾਜ਼ਰ ਦੀ ਮੌਤ ਤੋਂ ਬਾਅਦ ਹੋਇਆ ਹੈ। ਇੱਕ ਵਾਰ ਹੋਰ ਵਚਨ 23 ਵੇਖੀਏ। ਅਰ ਪਤਾਲ ਵਿੱਚ ਦੁਖੀ ਹੋ ਕੇ ਉਸਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਦੂਰੋਂ ਅਬਰਾਹਮ ਨੂੰ ਅਰ ਉਹਦੀ ਗੋਦ ਵਿੱਚ ਲਾਜ਼ਰ ਨੂੰ ਡਿੱਠਾ। ਤਾਂ ਉਸਨੇ ਆਵਾਜ਼ ਮਾਰ ਕੇ ਕਿਹਾ, ਉਸਨੇ ਕਿਸ ਨੂੰ ਆਵਾਜ਼ ਮਾਰੀ? ਹੇ ਪਿਤਾ ਅਬਰਾਹਮ, ਮੇਰੇ ਉੱਤੇ ਦਇਆ ਕਰ ਅਤੇ ਲਾਜ਼ਰ ਨੂੰ ਕੱਲ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ, ਕਿਉਂ ਜੋ ਮੈਂ ਇਸ ਲੰਮ ਵਿੱਚ ਕਲਪਦਾ ਹਾਂ। ਪਰ ਅਬਰਾਹਮ ਬੋਲਿਆ, ਬੱਚਾ ਯਾਦ ਕਰ ਜੋ ਤੂੰ ਆਪਣੇ ਜਿਉਂਦੇ ਜੀ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ, ਅਰ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ, ਪਰ ਹੁਣ ਉਹ ਇੱਥੇ ਸ਼ਾਂਤ ਪਾਉਂਦਾ ਅਤੇ ਤੂੰ ਕਲਪਦਾ ਹੈ। ਅਰ ਇਸ ਤੋਂ ਬਾਅਦ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ, ਤਾਂ ਜੋ ਉਹ ਜਿਹੜੇ ਇੱਥੇ ਤੁਹਾਡੇ ਕੋਲ ਪਾਰ ਲੰਘਣਾ ਚਾਹਣ ਉਹ ਨਾ ਲੰਘ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆਉਣ। ਧਨੀ ਮਨੁੱਖ ਮਰ ਗਿਆ ਅਤੇ ਉਹ ਨਰਕ ਵਿੱਚ ਦੁੱਖ 'ਚ ਸੀ। ਉਸਨੇ ਆਪਣੀਆਂ ਅੱਖੀਆਂ ਚੁੱਕ ਕੇ ਦੇਖਿਆ ਕਿ ਲਾਜ਼ਰ ਅਬਰਾਹਮ ਦੀ ਗੋਦ ਵਿੱਚ ਆਰਾਮ ਪਾ ਰਿਹਾ ਹੈ। ਇੱਥੇ ਅਸੀਂ ਧਨੀ ਮਨੁੱਖ ਨੂੰ ਇਹ ਆਵਾਜ਼ ਮਾਰਦੇ ਹੋਏ ਵੇਖਦੇ ਹਾਂ, ਹੇ ਪਿਤਾ ਅਬਰਾਹਮ। ਉਸਨੂੰ ਆਵਾਜ਼ ਮਾਰਨੀ ਚਾਹੀਦੀ ਸੀ ਕਿ ਹੇ ਪਿਤਾ ਪਰਮੇਸ਼ਵਰ। ਹਾਲਾਂਕਿ ਉਸਨੇ ਅਬਰਾਹਮ ਨੂੰ ਪਿਤਾ ਕਹਿ ਕੇ ਸੰਬੋਧਿਤ ਕੀਤਾ। ਜਿਵੇਂ ਕਿ ਅਸੀਂ ਜਾਣਦੇ ਹਾਂ ਸਵਰਗ ਵਿੱਚ ਸਿਰਫ ਪਰਮੇਸ਼ਵਰ ਨੂੰ ਪਿਤਾ ਕਿਹਾ ਜਾ ਸਕਦਾ ਹੈ। ਫਿਰ ਵੀ ਅਬਰਾਹਮ ਨੂੰ ਪਿਤਾ ਕਿਹਾ ਜਾ ਰਿਹਾ ਹੈ। ਫਿਰ ਅਸੀਂ ਕੀ ਸਮਝ ਸਕਦੇ ਹਾਂ ਕਿ ਅਬਰਾਹਮ ਕਿਸ ਨੂੰ ਦਰਸਾਉਂਦਾ ਹੈ? ਕਿ ਉਹ ਸਪਸ਼ਟ ਨਹੀਂ ਹੈ ਕਿ ਅਬਰਾਹਮ ਪਿਤਾ ਪਰਮੇਸ਼ਵਰ ਨੂੰ ਦਰਸਾਉਂਦਾ ਹੈ। ਪਰਮੇਸ਼ਵਰ ਨੇ ਕਿਹਾ ਅਬਰਾਹਮ ਦੀ ਪਤਨੀ ਸਾਰਾ ਕੌਮਾਂ ਦੀ ਮਾਤਾ ਹੋਵੇਗੀ। ਹਵਾ ਸਾਰੇ ਜਿਉਂਦੇ ਮਨੁੱਖਾਂ ਦੀ ਮਾਤਾ ਹੋਵੇਗੀ। ਹਵਾ ਨੂੰ ਸਾਰੇ ਜਿਉਂਦੇ ਮਨੁੱਖਾਂ ਦੀ ਮਾਤਾ ਅਤੇ ਸਾਰਾ ਨੂੰ ਕੌਮਾਂ ਦੀ ਮਾਤਾ ਦਾ ਅਹੁਦਾ ਦੇ ਕੇ ਪਰਮੇਸ਼ਵਰ ਨੇ ਆਦਮ ਅਤੇ ਹਵਾ ਦੇ ਪਰਿਵਾਰ ਨੂੰ ਅਬਰਾਹਮ ਅਤੇ ਸਾਰਾ ਨਾਲ ਜੋੜਿਆ, ਕਿਉਂਕਿ ਉਹਨਾਂ ਦੋਨਾਂ ਦੇ ਪਤੀ ਪਰਮੇਸ਼ਵਰ ਨੂੰ ਦਰਸਾਉਂਦੇ ਹਨ। ਇੱਥੇ ਆਦਮ ਪਰਮੇਸ਼ਵਰ ਨੂੰ ਦਰਸਾਉਂਦਾ ਹੈ ਅਤੇ ਲੂਕਾ 16 ਵਿੱਚ ਅਬਰਾਹਮ ਕਿਸ ਨੂੰ ਦਰਸਾਉਂਦਾ ਹੈ? ਉਹ ਵੀ ਪਰਮੇਸ਼ਵਰ ਨੂੰ ਦਰਸਾਉਂਦਾ ਹੈ।
ਹਵਾ ਇੱਕ ਬਾਈਬਲ ਦਾ ਕਿਰਦਾਰ ਹੈ ਜੋ ਮਾਤਾ ਪਰਮੇਸ਼ਵਰ ਨੂੰ ਦਰਸਾਉਂਦੀ ਹੈ ਅਤੇ ਸਾਰਾ ਕੌਮਾਂ ਦੀ ਮਾਤਾ ਨੂੰ ਦਰਸਾਉਂਦੀ ਹੈ। ਪਰਮੇਸ਼ਵਰ ਨੇ ਕਿਹਾ ਉਹ ਕੌਮਾਂ ਦੀ ਮਾਤਾ ਹੋਵੇਗੀ ਅਤੇ ਉਮਤਾਂ ਦੇ ਰਾਜੇ ਉਸ ਤੋਂ ਹੋਣਗੇ। ਆਦਮ ਅਤੇ ਅਬਰਾਹਮ ਦੇ ਇਤਿਹਾਸ ਦੁਆਰਾ ਪਰਮੇਸ਼ਵਰ ਨੇ ਸਾਨੂੰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਸੱਚਾਈ ਦੇ ਪ੍ਰਤੀ ਜਾਗਰੂਕ ਕੀਤਾ। ਹੁਣ ਆਓ ਅਸੀਂ ਗਲਾਤੀਆਂ ਅਧਿਆਇ 4 ਉੱਤੇ ਜਾਈਏ। ਹਵਾ ਨੂੰ ਸਾਰੇ ਜਿਉਂਦਿਆਂ ਦੀ ਮਾਤਾ ਕਿਹਾ ਗਿਆ ਅਤੇ ਸਾਰਾ ਨੂੰ ਕੌਮਾਂ ਦੀ ਮਾਤਾ ਅਤੇ ਯਰੂਸ਼ਲਮ ਨੂੰ ਸਾਡੀ ਆਤਮਿਕ ਮਾਤਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਪਰਮੇਸ਼ਵਰ ਨੇ ਪੂਰੀ ਬਾਈਬਲ ਵਿੱਚ ਮਾਤਾ ਪਰਮੇਸ਼ਵਰ ਦੀ ਸੱਚਾਈ ਨੂੰ ਬੀਜਿਆ ਹੈ ਤਾਂ ਜੋ ਮਨੁੱਖ ਜਾਤੀ ਉਸ ਨੂੰ ਲੱਭ ਸਕੇ। ਆਓ ਅਸੀਂ ਗਲਾਤੀਆਂ ਅਧਿਆਇ 4 ਵਚਨ 26 ਵੇਖੀਏ। ਪਰ ਯਰੂਸ਼ਲਮ ਜੋ ਉਤਾਂ ਹੈ ਉਹ ਆਜ਼ਾਦ ਹੈ। ਉਹ ਕੌਣ ਹੈ? ਉਹ ਸਾਡੀ ਮਾਤਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਮਾਤਾ ਸਾਡੀ ਸ਼ਾਰੀਰਿਕ ਮਾਵਾਂ ਦੇ ਬਾਰੇ ਕਿਹਾ ਜਾ ਰਿਹਾ ਹੈ? ਇੱਥੇ ਮਾਤਾ ਸਾਡੀ ਸਦੀਪਕ ਆਤਮਿਕ ਮਾਤਾ ਹੈ ਅਤੇ ਬਾਈਬਲ ਕੀ ਕਹਿੰਦੀ ਹੈ ਕਿ ਉਹ ਕਿੱਥੇ ਹੈ? ਉਹ ਉਤਾਂ ਹੈ। ਉਤਾਂ ਸਵਰਗ ਵਿਚਲੀ ਯਰੂਸ਼ਲਮ ਆਜ਼ਾਦ ਹੈ ਅਤੇ ਉਹ ਸਾਡੀ ਮਾਤਾ ਹੈ। ਬਾਈਬਲ ਸਾਨੂੰ ਸਿਖਾਉਂਦੀ ਹੈ ਹਵਾ ਸਾਰੇ ਜਿਉਂਦਿਆਂ ਦੀ ਮਾਤਾ ਹੈ, ਸਾਰਾ ਕੌਮਾਂ ਦੀ ਮਾਤਾ ਹੈ ਅਤੇ ਯਰੂਸ਼ਲਮ ਸਾਡੀ ਆਤਮਿਕ ਮਾਤਾ ਹੈ। ਜਿਸ ਤਰ੍ਹਾਂ ਹਵਾ ਦਾ ਪਤੀ ਆਦਮ ਹੈ ਅਤੇ ਸਾਰਾ ਦਾ ਪਤੀ ਅਬਰਾਹਮ ਹੈ, ਫਿਰ ਆਤਮਿਕ ਰੂਪ ਨਾਲ ਕਿ ਸਾਡੀ ਮਾਤਾ ਕੋਲ ਵੀ ਪਤੀ ਨਹੀਂ ਹੋਣਾ ਚਾਹੀਦਾ। ਉਹਨਾਂ ਕੋਲ ਹੈ, ਉਹ ਪਿਤਾ ਪਰਮੇਸ਼ਵਰ ਹਨ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਉੱਤੇ ਜਾਈਏ। ਅਧਿਆਇ 21 ਵਚਨ 9 ਵਿੱਚ ਲਿਖਿਆ ਹੈ, ਜਿਨ੍ਹਾਂ 7 ਦੂਤਾਂ ਕੋਲ ਉਹ 7 ਕਟੋਰੇ ਸਨ ਅਤੇ ਜਿਹੜੇ ਛੇਕੜਲੀਆਂ 7 ਬਵਾਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਆਣ ਕੇ ਮੇਰੇ ਨਾਲ ਗੱਲ ਕੀਤੀ, ਭਾਈ ਉਰੇ ਆ, ਮੈਂ ਤੈਨੂੰ ਕੀ ਵਿਖਾਵਾਂ? ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ। ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸਨੇ ਉਹਨੂੰ ਕੀ ਵਿਖਾਇਆ? ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ਵਰ ਕੋਲੋਂ ਆਕਾਸ਼ੋਂ ਉੱਤਰਦੀ ਮੈਨੂੰ ਵਿਖਾਈ, ਜਿਹਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ। ਸਵਰਗਦੂਤ ਨੇ ਕਿਹਾ, ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ, ਅਤੇ ਉਸਨੂੰ ਸਵਰਗੀ ਯਰੂਸ਼ਲਮ ਵਿਖਾਈ। ਲੇਲਾ ਕਿਸ ਨੂੰ ਦਰਸਾਉਂਦਾ ਹੈ ਅਤੇ ਉਹ ਕੌਣ ਹੈ? ਯਹੂਨਾ ਅਧਿਆਇ 1 ਵਚਨ 29 ਵਿੱਚ ਕਿਸ ਨੂੰ ਲੇਲਾ ਕਿਹਾ ਗਿਆ ਹੈ? ਲੇਲਾ ਯੀਸ਼ੂ ਮਸੀਹ ਸਾਡੇ ਆਤਮਿਕ ਪਿਤਾ ਹਨ। ਇੱਥੇ ਸਾਡੇ ਆਤਮਿਕ ਪਿਤਾ ਨੂੰ ਲੇਲਾ ਕਿਹਾ ਗਿਆ ਹੈ। ਸਵਰਗਦੂਤ ਨੇ ਇਹ ਕਹਿਣ ਤੋਂ ਬਾਅਦ ਕਿ ਮੈਂ ਤੈਨੂੰ ਲੇਲੇ ਦੀ ਪਤਨੀ ਵਿਖਾਵਾਂਗਾ, ਉਸਨੂੰ ਯਰੂਸ਼ਲਮ ਨੂੰ ਵਿਖਾਇਆ, ਜਿਸ ਦਾ ਜ਼ਿਕਰ ਗਲਾਤੀਆਂ ਅਧਿਆਇ 4 ਵਿੱਚ ਹੈ। ਉਸ ਵਿੱਚ ਲਿਖਿਆ ਗਿਆ ਹੈ, ਪਰ ਯਰੂਸ਼ਲਮ ਜੋ ਉਤਾਂ ਹੈ ਉਹ ਆਜ਼ਾਦ ਹੈ ਅਤੇ ਉਹ ਸਾਡੀ ਕੌਣ ਹੈ? ਉਹ ਸਾਡੀ ਮਾਤਾ ਹੈ। ਆਦਮ ਅਤੇ ਹਵਾ ਦੇ ਰੂਪ ਦੇ ਦੁਆਰਾ ਪਰਮੇਸ਼ਵਰ ਸਾਨੂੰ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਦੇ ਪ੍ਰਤੀ ਜਾਗਰੂਕ ਕਰਦੇ ਹਨ। ਅਸੀਂ ਇਸ ਨੂੰ ਅਬਰਾਹਮ ਅਤੇ ਸਾਰਾ ਦੇ ਰੂਪ ਦੇ ਦੁਆਰਾ ਵੀ ਜਾਣ ਸਕਦੇ ਹਾਂ। ਉਹਨਾਂ ਨੇ ਉਸ ਨੂੰ ਸਾਰੇ ਜਿਉਂਦਿਆਂ ਦੀ ਮਾਤਾ ਅਤੇ ਕੌਮਾਂ ਦੀ ਮਾਤਾ ਦਾ ਅਹੁਦਾ ਦਿੱਤਾ। ਇਸ ਦੇ ਬਾਅਦ ਗਲਾਤੀਆਂ ਅਧਿਆਇ 4 ਵਿੱਚ ਪਰਮੇਸ਼ਵਰ ਨੇ ਸਾਨੂੰ ਪਤਾ ਲੱਗਣ ਦਿੱਤਾ ਕਿ ਉਤਾਹਾਂ ਦੀ ਯਰੂਸ਼ਲਮ ਸਾਡੀ ਆਤਮਿਕ ਮਾਤਾ ਹੈ। ਬਾਈਬਲ ਦੀਆਂ 6 ਕਿਤਾਬਾਂ ਦੇ ਦੁਆਰਾ ਪਰਮੇਸ਼ਵਰ ਸਵਰਗੀ ਮਾਤਾ ਦੀ ਮੌਜੂਦਗੀ ਦੀ ਪੱਕੀ ਤਰ੍ਹਾਂ ਪੁਸ਼ਟੀ ਕਰਦੇ ਹਨ। ਉਤਪਤੀ ਦੀ ਕਿਤਾਬ ਤੋਂ ਸ਼ੁਰੂ ਕਰਦੇ ਹੋਏ ਆਓ ਅਸੀਂ ਇਸ ਦੀ ਪੁਸ਼ਟੀ ਕਰੀਏ। ਅਧਿਆਇ 1 ਵਚਨ 26 ਵਿੱਚ ਲਿਖਿਆ ਗਿਆ ਹੈ, ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ। ਇੱਥੇ ਪਰਮੇਸ਼ਵਰ ਜਿਨ੍ਹਾਂ ਨੇ ਮਨੁੱਖ ਨੂੰ ਬਣਾਇਆ, ਉਹਨਾਂ ਨੂੰ ਅਸੀਂ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀਪੁਰ ਸਾਰੇ ਕਿਸਰਨ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਵਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ, ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਜਦੋਂ ਮਨੁੱਖ ਨੂੰ ਬਣਾਇਆ ਗਿਆ ਸੀ, ਪਰਮੇਸ਼ਵਰ ਨੇ ਕਿਹਾ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ। ਇਸ ਵਚਨ ਦੇ ਅਨੁਸਾਰ ਇੱਕ ਨਰ ਬਣਾਇਆ ਗਿਆ ਸੀ। ਇਸ ਦੇ ਇਲਾਵਾ ਜਦੋਂ ਪਰਮੇਸ਼ਵਰ ਨੇ ਕਿਹਾ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ, ਤਾਂ ਇੱਕ ਨਾਰੀ ਵੀ ਬਣਾਈ ਗਈ ਸੀ। ਕਿ ਇਸ ਦਾ ਕਾਰਨ ਸਪਸ਼ਟ ਨਹੀਂ ਹੈ
ਕਿ ਪਰਮੇਸ਼ਵਰ ਨੇ ਕਿਹਾ ਅਸੀਂ, ਕਿਉਂਕਿ ਪਰਮੇਸ਼ਵਰ ਕੋਲ ਇੱਕ ਨਰ ਅਤੇ ਨਾਰੀ ਸਰੂਪ ਹੈ। ਲੋਕ ਪਰਮੇਸ਼ਵਰ ਦੇ ਨਰ ਸਰੂਪ ਨੂੰ ਪਿਤਾ ਪਰਮੇਸ਼ਵਰ ਦੇ ਰੂਪ ਵਿੱਚ ਸਵੀਕਾਰ ਕਰਦੇ ਹਨ। ਫਿਰ ਪਰਮੇਸ਼ਵਰ ਦੇ ਨਾਰੀ ਸਰੂਪ ਨੂੰ ਕਿਸ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ? ਪੱਕੇ ਤੌਰ ਤੇ ਉਹ ਮਾਤਾ ਪਰਮੇਸ਼ਵਰ ਹੈ। ਸਾਨੂੰ ਪੱਕੀ ਤਰ੍ਹਾਂ ਪਰਮੇਸ਼ਵਰ ਦੇ ਨਰ ਅਤੇ ਨਾਰੀ ਸਰੂਪ ਦੀ ਮੌਜੂਦਗੀ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਅੱਜ ਪੂਰੀ ਦੁਨੀਆ ਵਿੱਚ ਬਹੁਤ ਚਰਚ ਹਨ ਜੋ ਪਿਤਾ ਪਰਮੇਸ਼ਵਰ ਨੂੰ ਸਵੀਕਾਰ ਕਰਦੇ ਹਨ, ਫਿਰ ਵੀ ਉਹਨਾਂ ਦਾ ਵਿਸ਼ਵਾਸ ਮਾਤਾ ਪਰਮੇਸ਼ਵਰ ਦੀ ਸੱਚਾਈ ਤੋਂ ਅਣਜਾਣ ਹੈ। ਜੇਕਰ ਅਸੀਂ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਨਾ ਕਰੀਏ, ਫਿਰ ਅਸੀਂ ਸਦੀਪਕ ਜੀਵਨ ਪ੍ਰਾਪਤ ਨਹੀਂ ਕਰ ਸਕਦੇ। ਕਿ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਸਾਨੂੰ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਜ਼ਰੂਰੀ ਨਹੀਂ ਹੈ। ਅਸੀਂ ਇਸ ਧਰਤੀ ਉੱਤੇ ਮਾਵਾਂ ਨੂੰ ਦੇਖ ਕੇ ਇਸ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ। ਬਾਈਬਲ ਕਹਿੰਦੀ ਹੈ ਕਿ ਧਰਤੀ ਉੱਤੇ ਜੋ ਕੁਝ ਵੀ ਹੈ ਉਹ ਸਵਰਗ ਦੀਆਂ ਵਸਤੂਆਂ ਦਾ ਨਮੂਨਾ ਅਤੇ ਪਰਛਾਵਾਂ ਹੈ। ਪਰਮੇਸ਼ਵਰ ਦੀ ਸ੍ਰਿਸ਼ਟੀ ਕਰਨ ਦੇ ਉਦੇਸ਼ ਵਿੱਚ ਸਾਰੇ ਪ੍ਰਾਣੀਆਂ ਨੂੰ ਉਹਨਾਂ ਦੀਆਂ ਮਾਵਾਂ ਦੇ ਦੁਆਰਾ ਜੀਵਨ ਦਿੱਤਾ ਜਾਂਦਾ ਹੈ। ਕਿ ਬਾਈਬਲ ਇਹ ਪੁਸ਼ਟੀ ਨਹੀਂ ਕਰਦੀ ਕਿ ਸਾਰੀ ਸ੍ਰਿਸ਼ਟੀ ਵਿੱਚ ਪਰਮੇਸ਼ਵਰ ਦੀ ਮਰਜ਼ੀ ਦਰਜ ਹੈ। ਇਸ ਲਈ ਪਰਮੇਸ਼ਵਰ ਨੇ ਰਸੂਲ ਯਹੂਨਾ ਨੂੰ ਅੰਤਮ ਯੁੱਗ ਦਾ ਇੱਕ ਦ੍ਰਿਸ਼ ਵਿਖਾਇਆ, ਜਿੱਥੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਸਾਰੀ ਮਨੁੱਖ ਜਾਤੀ ਨੂੰ ਜੀਵਨ ਦਾ ਜਲ ਦਿੰਦੇ ਹਨ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵੇਖੀਏ। ਅਧਿਆਇ 22 ਵਚਨ 17। ਆਤਮਾ ਅਤੇ ਲਾੜੀ ਆਖਦੀ ਹੈ ਆਓ। ਤਿੰਨ ਰੂਪ ਇੱਕ ਦੇ ਅਨੁਸਾਰ ਕਿ ਇੱਥੇ ਆਤਮਾ ਪਿਤਾ ਪਰਮੇਸ਼ਵਰ ਨਹੀਂ ਹੈ। ਤੁਸੀਂ ਸ਼ਾਇਦ ਕਈ ਵਾਰ ਸੁਣਿਆ ਹੋਵੇਗਾ ਕਿ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਸਾਰੇ ਇੱਕ ਪਰਮੇਸ਼ਵਰ ਹਨ। ਪਿਤਾ ਪਰਮੇਸ਼ਵਰ ਪਰਮੇਸ਼ਵਰ ਦਾ ਨਰ ਸਰੂਪ ਹੈ। ਪੁੱਤਰ ਪਰਮੇਸ਼ਵਰ ਵੀ ਪਰਮੇਸ਼ਵਰ ਦੇ ਨਰ ਸਰੂਪ ਨੂੰ ਸੰਕੇਤ ਕਰਦਾ ਹੈ, ਕਿਉਂਕਿ ਪਿਤਾ ਪਰਮੇਸ਼ਵਰ, ਪੁੱਤਰ ਪਰਮੇਸ਼ਵਰ ਅਤੇ ਪਵਿੱਤਰ ਆਤਮਾ ਸਾਰੇ ਇੱਕ ਹੀ ਹਨ। ਫਿਰ ਕੀ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਉਹ ਸਾਰੇ ਪਿਤਾ ਪਰਮੇਸ਼ਵਰ ਨੂੰ ਸੰਕੇਤ ਕਰਦੇ ਹਨ ਜਿਨ੍ਹਾਂ ਕੋਲ ਨਰ ਸਰੂਪ ਹੈ? ਫਿਰ ਇਹ ਪੱਕਾ ਹੈ ਕਿ ਪਿਤਾ ਪਰਮੇਸ਼ਵਰ ਦੀ ਲਾੜੀ ਲੇਲੇ ਦੀ ਪਤਨੀ ਅਰਥਾਤ ਸਾਡੀ ਮਾਤਾ ਹੈ। ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਕਹਿੰਦੇ ਹਨ ਆਤਮਾ ਤੇ ਲਾੜੀ ਆਖਦੀ ਹੈ ਆਓ। ਜਿਹੜਾ ਸੁੰਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਆਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਜਿੱਥੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨਿਵਾਸ ਕਰਦੇ ਹਨ, ਲੋਕ ਮੁਕਤੀ ਅਤੇ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹਨ। ਬਾਈਬਲ ਇਸ ਗੱਲ ਉੱਤੇ ਵਾਰ-ਵਾਰ ਜ਼ੋਰ ਦਿੰਦੀ ਹੈ ਲੋਕਾਂ ਨੂੰ ਆਉਣਾ ਚਾਹੀਦਾ ਹੈ। ਕਿਸ ਨੂੰ ਲੱਭਣ ਲਈ? ਉਹਨਾਂ ਨੂੰ ਆ ਕੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਲੱਭਣਾ ਚਾਹੀਦਾ ਹੈ। ਉਹਨਾਂ ਨੂੰ ਨਾ ਸਿਰਫ ਪਿਤਾ ਪਰਮੇਸ਼ਵਰ ਬਲਕਿ ਮਾਤਾ ਪਰਮੇਸ਼ਵਰ ਨੂੰ ਵੀ ਲੱਭਣਾ ਚਾਹੀਦਾ ਹੈ, ਤਾਂ ਜੋ ਉਹ ਆਤਮਾ ਤੇ ਲਾੜੀ ਨਾਲ ਸਦੀਪਕ ਜੀਵਨ ਪ੍ਰਾਪਤ ਕਰ ਸਕਣ। ਪਰਮੇਸ਼ਵਰ ਨੇ ਸਾਰੀ ਮਨੁੱਖ ਜਾਤੀ ਲਈ ਚਰਚ ਆਫ ਗॉड ਦੀ ਸਥਾਪਨਾ ਕੀਤੀ ਹੈ ਤਾਂ ਜੋ ਆਤਮਾ ਤੇ ਲਾੜੀ ਕੋਲ ਆ ਸਕਣ। ਇਹ ਉਹ ਦ੍ਰਿਸ਼ ਹੈ ਜੋ ਰਸੂਲ ਯਹੂਨਾ ਨੇ ਵੇਖਿਆ ਸੀ। ਰਸੂਲ ਯਹੂਨਾ ਨੇ ਇਸ ਦ੍ਰਿਸ਼ ਨੂੰ ਵੇਖਣ ਤੋਂ ਬਾਅਦ ਆਮੀਨ, ਹੇ ਪ੍ਰਭੂ ਯੀਸ਼ੂ ਆਓ ਦੇ ਇਲਾਵਾ ਹੋਰ ਕੁਝ ਨਹੀਂ ਲਿਖਿਆ, ਜਿਸ ਦਾ ਮਤਲਬ ਹੈ ਕਿ ਸਿਰਫ ਇੱਕ ਚੀਜ਼ ਬਾਕੀ ਹੈ ਜੋ ਉਹਨਾਂ ਦਾ ਆਉਣਾ ਹੈ। ਬਾਈਬਲ ਵਿੱਚ ਇਹਨਾਂ ਸਾਰੀਆਂ ਦ੍ਰਿਸ਼ਟੀਆਂ ਅਤੇ ਭਵਿੱਖਬਾਣੀਆਂ ਦੇ ਦੁਆਰਾ ਕਿ ਅਸੀਂ ਇਹ ਸਮਝਣ ਵਿੱਚ ਸਮਰਥੀ ਨਹੀਂ ਹਾਂ ਕਿ ਇਸ ਯੁੱਗ ਵਿੱਚ ਸਾਡੀ ਮੁਕਤੀ ਲਈ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਕਿ ਪਿਤਾ ਨੇ ਸਿਰਫ ਸ਼ਬਦਾਂ ਨਾਲ ਹੀ ਮਾਤਾ ਪਰਮੇਸ਼ਵਰ ਦੇ ਬਾਰੇ ਸਮਝਾਇਆ? ਅਸੀਂ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤੇ ਬਿਨਾਂ ਜੀਵਨ ਪ੍ਰਾਪਤ ਨਹੀਂ ਕਰ ਸਕਦੇ। ਕਿ ਇਬਰਾਨੀ ਅਧਿਆਇ 8 ਵਿੱਚ ਇਹ ਨਹੀਂ ਲਿਖਿਆ ਹੈ ਕਿ ਧਰਤੀ ਉਤਲੀਆਂ ਪ੍ਰਣਾਲੀਆਂ ਸਵਰਗ ਵਿਚਲੀਆਂ ਵਸਤੂਆਂ ਦਾ ਨਮੂਨਾ ਹੈ। ਜਦੋਂ ਅਸੀਂ ਇਸ ਧਰਤੀ ਨੂੰ ਇੱਕ ਨਮੂਨੇ ਦੇ ਰੂਪ ਵਿੱਚ ਦੇਖਦੇ ਹਾਂ ਤਾਂ ਅਸੀਂ ਆਤਮਿਕ ਦੁਨੀਆ ਵਿੱਚ ਸਾਡੀ ਸਵਰਗੀ ਮਾਤਾ ਜੀ ਦੀ ਭੂਮਿਕਾ ਨੂੰ ਸਪਸ਼ਟ ਰੂਪ ਨਾਲ ਸਮਝ ਸਕਦੇ ਹਾਂ। ਵਚਨ 17 ਵਿੱਚ ਸਾਨੂੰ ਜਾ ਕੇ ਕੀ ਪ੍ਰਾਪਤ ਕਰਨਾ ਚਾਹੀਦਾ ਹੈ? ਕਿ ਇਹ ਇਸ ਤਰ੍ਹਾਂ ਨਹੀਂ ਕਹਿੰਦਾ ਕਿ ਸਾਨੂੰ ਜੀਵਨ ਪ੍ਰਾਪਤ ਕਰਨ ਲਈ ਜਾਣਾ ਚਾਹੀਦਾ ਹੈ। ਭਾਵੇਂ ਇਹ ਉਹੀ ਹੈ ਜੋ ਬਾਈਬਲ ਸਿਖਾਉਂਦੀ ਹੈ, ਪਰ ਕੁਝ ਲੋਕ ਇਸ ਨੂੰ ਹਲਕੇ 'ਚ ਲੈਂਦੇ ਹਨ, ਜਦਕਿ ਦੂਸਰੇ ਇਸ ਨੂੰ ਦਿਲ ਵਿੱਚ ਰੱਖਦੇ ਹਨ ਅਤੇ ਆ ਕੇ ਮੁਕਤੀ ਪ੍ਰਾਪਤ ਕਰਦੇ ਹਨ। ਆਓ ਅਸੀਂ ਇਹ ਵੇਖਣ ਲਈ ਕਿ ਕੌਣ ਮੂਰਖ ਹੈ ਅਤੇ ਕੌਣ ਬੁੱਧਵਾਨ ਹੈ। ਮੱਤੀ ਅਧਿਆਇ 7 ਵੇਖੀਏ। ਅਧਿਆਇ 7 ਵਚਨ 24 ਵਿੱਚ ਇਹ ਲਿਖਿਆ ਹੈ, ਸੋ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਅਤੇ ਕੀ ਕਰਦਾ ਹੈ,
ਉਹਨਾਂ ਉੱਤੇ ਚੱਲਦਾ ਹੈ, ਉਹ ਕਿਸ ਮਨੁੱਖ ਵਰਗਾ, ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਨੇ ਪੱਥਰ ਉੱਤੇ ਆਪਣਾ ਘਰ ਬਣਾਇਆ। ਕਿ ਉਹਨਾਂ ਦੇ ਕੰਮਾਂ ਦੇ ਦੁਆਰਾ ਅਤੇ ਉਹਨਾਂ ਦੇ ਵਿਸ਼ਵਾਸ ਨੂੰ ਅਮਲ ਵਿੱਚ ਲਿਆਉਣ ਨਾਲ ਉਹਨਾਂ ਦੀ ਬੁੱਧੀ ਸਿੱਧ ਨਹੀਂ ਹੁੰਦੀ। ਆਓ ਅਸੀਂ ਵਚਨ 25 ਦੇ ਨਾਲ ਜਾਰੀ ਰਹੀਏ। ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ, ਪਰ ਉਹ ਨਾ ਡਿੱਗਿਆ ਕਿਉਂਕਿ ਉਹਦੀ ਨਿਉ ਪੱਥਰ ਉੱਤੇ ਤਰੀ ਹੋਈ ਸੀ। ਅਤੇ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ, ਮਤਲਬ ਮਨੁੱਖ ਜੋ ਵਿਸ਼ਵਾਸ ਨਹੀਂ ਕਰਦਾ ਜਾਂ ਉਹਨਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਨੇ ਆਪਣਾ ਘਰ ਕਿਸ ਉੱਤੇ ਬਣਾਇਆ? ਰੇਤ ਉੱਤੇ ਬਣਾਇਆ। ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਢਹਿ ਪਿਆ ਅਤੇ ਉਹਦਾ ਵੱਡਾ ਨਾਸ ਹੋਇਆ। ਯੀਸ਼ੂ ਨੇ ਸਾਨੂੰ ਬੁੱਧਵਾਨ ਲੋਕਾਂ ਅਤੇ ਮੂਰਖ ਲੋਕਾਂ ਵਿਚਕਾਰ ਫਰਕ ਸਿਖਾਇਆ। ਪੂਰੀ ਦੁਨੀਆ ਵਿੱਚ ਕਈ ਚਰਚ ਅਤੇ ਲੋਕ ਆਤਮ ਵਿਸ਼ਵਾਸ ਨਾਲ ਦਾਅਵਾ ਕਰਦੇ ਹਨ ਕਿ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਨਹੀਂ ਹੈ। ਹਾਲਾਂਕਿ ਇਹ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਉਲਟ ਹੈ। ਹਜ਼ਾਰਾਂ ਸਾਲਾਂ ਤੋਂ ਅਤੇ ਕਈ ਨਬੀਆਂ ਦੇ ਦੁਆਰਾ ਪਰਮੇਸ਼ਵਰ ਸਾਨੂੰ ਸਿਖਾ ਰਹੇ ਹਨ ਅਤੇ ਇਸ ਗੱਲ ਦੇ ਪ੍ਰਤੀ ਜਾਗਰੂਕ ਕਰ ਰਹੇ ਹਨ ਕਿ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਭਾਵੇਂ ਪਰਮੇਸ਼ਵਰ ਨੇ ਸਾਡੀਆਂ ਅੱਖਾਂ ਨੂੰ ਇਹਨਾਂ ਦ੍ਰਿਸ਼ਟਾਂਤਾਂ ਨੂੰ ਦੇਖਣ ਅਤੇ ਸਮਝਣ ਦੀ ਇਜਾਜ਼ਤ ਦਿੱਤੀ, ਪਰ ਉਹਨਾਂ ਦੀਆਂ ਅੱਖਾਂ ਦੇ ਬਾਰੇ ਕੀ? ਪਰਮੇਸ਼ਵਰ ਨੇ ਉਹਨਾਂ ਨੂੰ ਵੇਖਣ ਦੀ ਇਜਾਜ਼ਤ ਨਹੀਂ ਦਿੱਤੀ। ਆਓ ਅਸੀਂ ਮੱਤੀ ਅਧਿਆਇ 13 ਵਚਨ 10 ਉੱਤੇ ਜਾਈਏ। ਤਾਂ ਚੇਲਿਆਂ ਨੇ ਨੇੜੇ ਆਣ ਕੇ ਉਹਨੂੰ ਕਿਹਾ, ਤੂੰ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈ? ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ। ਸਿਰਫ ਇਸ ਗੱਲ ਤੋਂ ਵੀ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਸਾਰੇ ਕਿੰਨੇ ਧਨ ਹਾਂ। ਅਸੀਂ ਸਵਰਗ ਦੇ ਰਾਜ ਦੇ ਭੇਤਾਂ ਨੂੰ ਸਮਝ ਸਕਦੇ ਹਾਂ ਕਿਉਂਕਿ ਉਹ ਸਾਨੂੰ ਦਿੱਤੇ ਗਏ ਹਨ, ਪਰ ਉਹ ਦੁਨੀਆ ਦੇ ਲੋਕਾਂ ਨੂੰ ਨਹੀਂ ਦਿੱਤੇ ਗਏ ਹਨ। ਕੀ ਅਸੀਂ ਸਿਰਫ ਇਸ ਗੱਲ ਦੇ ਦੁਆਰਾ ਪੁਸ਼ਟੀ ਨਹੀਂ ਕਰ ਸਕਦੇ ਕਿ ਅਸੀਂ ਪਰਮੇਸ਼ਵਰ ਦੀ ਦ੍ਰਿਸ਼ਟੀ ਵਿੱਚ ਕਿੰਨੇ ਵਿਸ਼ੇਸ਼ ਅਤੇ ਅਨਮੋਲ ਹਨ? ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ। ਕਿਉਂਕਿ ਜਿਹਦੇ ਕੋਲ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਅਦਾ ਹੋਵੇਗਾ, ਪਰ ਜਿਹਦੇ ਕੋਲ ਨਹੀਂ ਹੈ ਉਸ ਤੋਂ ਜੋ ਕੁਝ ਉਹਦੇ ਕੋਲ ਹੈ ਸੋ ਵੀ ਲੈ ਲਿਆ ਜਾਵੇਗਾ। ਮੈਂ ਇਸ ਲਈ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਕਿ ਉਹ ਵੇਖਦੇ ਹੋਏ ਨਹੀਂ ਵੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ। ਆਓ ਅਸੀਂ ਵਚਨ 14 ਦੇ ਨਾਲ ਜਾਰੀ ਰਹੀਏ। ਉਹਨਾਂ ਉੱਤੇ ਯਸ਼ਾਇਆ ਦਾ ਇਹ ਅਗਮਵਾਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੁੱਲੋਂ ਨਾ ਸਮਝੋਗੇ, ਅਤੇ ਵੇਖਦੇ ਹੋਏ ਵੇਖੋਗੇ ਪਰ ਮੁੱਲੋਂ ਬੁੱਝੋਗੇ ਨਾ। ਕਿਉਂ ਜੋ ਇਸ ਪ੍ਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ। ਇਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ, ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁੜਨ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। ਪਰ ਧੰਨ ਤੁਹਾਡੀਆਂ ਅੱਖੀਆਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ। ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਬਥੇਰੇ ਨਬੀ ਅਤੇ ਧਰਮੀ ਲੋਚਦੇ ਸਨ, ਭਾਈ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖਿਆ, ਅਤੇ ਜੋ ਕੁਝ ਤੁਸੀਂ ਜਾਣਦੇ ਹੋ ਸੋ ਸੁਣਨ ਪਰ ਨਾ ਸੁਣਿਆ। ਕਿ ਦੂਸਰੇ ਨਬੀਆਂ ਨੂੰ ਸਾਡੀ ਤਰ੍ਹਾਂ ਯਰੂਸ਼ਲਮ ਸਾਡੀ ਸਵਰਗੀ ਮਾਤਾ ਜੀ ਦੀ ਇਸ ਕੀਮਤੀ ਸੱਚਾਈ ਨੂੰ ਸਿੱਖਣ ਦਾ ਮੌਕਾ ਦਿੱਤਾ ਗਿਆ ਸੀ? ਨਹੀਂ, ਉਹਨਾਂ ਨੂੰ ਨਹੀਂ ਦਿੱਤਾ ਗਿਆ ਸੀ। ਉਹਨਾਂ ਨੇ ਸਿਰਫ ਬਾਈਬਲ ਦੇ ਵਚਨਾਂ ਨੂੰ ਲਿਖਿਆ ਕਿਉਂਕਿ ਉਹ ਪਰਮੇਸ਼ਵਰ ਦੇ ਆਤਮਾ ਨਾਲ ਰਸੂਲ ਸੀ। ਉਹ ਉਸ ਗੱਲ ਨੂੰ ਸੁਣਨ ਨੂੰ ਤਰਸੇ ਜੋ ਖੁਦ ਸੁਣਦੇ ਹਨ ਪਰ ਉਸ ਨੂੰ ਨਹੀਂ ਸੁਣ ਸਕੇ, ਅਤੇ ਉਹ ਦੇਖਣ ਨੂੰ ਤਰਸੇ ਜੋ ਖੁਦ ਦੇਖਦੇ ਹਨ ਪਰ ਨਹੀਂ ਦੇਖ ਸਕੇ। ਹਾਲਾਂਕਿ ਅਸੀਂ ਹੁਣ ਉਸ ਯੁੱਗ ਵਿੱਚ ਜੀ ਰਹੇ ਹਾਂ ਜਦੋਂ ਪਰਮੇਸ਼ਵਰ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੁਣਨ ਅਤੇ ਵੇਖਣ ਦੀ ਇਜਾਜ਼ਤ ਦਿੰਦੇ ਹਨ। ਧੰਨ ਹਨ ਸਾਡੀਆਂ ਅੱਖੀਆਂ ਕਿਉਂਕਿ ਉਹ ਦੇਖਦੇ ਹਨ, ਅਤੇ ਸਾਡੇ ਕੰਨ ਕਿਉਂਕਿ ਉਹ ਸੁਣਦੇ ਹਨ। ਅਸੀਂ ਹਰ ਦਿਨ ਇਸ ਆਸ਼ੀ ਦੇ ਅੰਦਰ ਜੀ ਰਹੇ ਹਾਂ। ਭਾਵੇਂ ਦੁਨੀਆ ਵਿੱਚ ਲੋਕ ਕਦੀ-ਕਦੀ ਸਾਡੀ ਨਿੰਦਾ ਕਰਦੇ ਹਨ ਕਿਉਂਕਿ ਉਹ ਇਸ ਸੱਚਾਈ ਨੂੰ ਨਹੀਂ ਜਾਣਦੇ। ਇਸ ਦੀ ਪਰਵਾਹ ਕੀਤੇ ਬਿਨਾਂ ਕਿਉਂਕਿ ਅਸੀਂ ਪਹਿਲਾਂ ਗਿਆਨਵਾਨ ਹੋਏ ਹਾਂ, ਫਿਰ ਆਓ ਅਸੀਂ ਉਹਨਾਂ ਨੂੰ ਸਵਰਗੀ ਮਾਤਾ ਜੀ ਦੇ ਬਾਰੇ ਸੱਚਾਈ ਨੂੰ ਸਮਝਣ ਵਿੱਚ ਮਦਦ ਕਰੀਏ। ਡੇਰਿਆਂ ਦੇ ਪਰਵ ਤੋਂ ਬਾਅਦ ਮਾਤਾ ਜੀ ਨੇ ਕਿਹਾ, ਹੁਣ ਤੋਂ ਸਾਡੀ ਖੁਸ਼ਖਬਰੀ ਦਾ ਕੰਮ ਅਲੱਗ ਹੋਵੇਗਾ। ਮਾਤਾ ਜੀ ਦੇ ਇਹਨਾਂ ਵਚਨਾਂ ਨੂੰ ਆਪਣੇ ਦਿਲਾਂ ਵਿੱਚ ਉਕਾਰਦੇ ਹੋਏ ਪੂਰੀ ਦੁਨੀਆ ਦੇ ਸਾਰੇ ਸਿਓਨ ਦੇ ਮੈਂਬਰਾਂ ਨੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ, ਅਤੇ ਇਹ ਰਿਪੋਰਟ ਕੀਤਾ ਗਿਆ ਕਿ ਆਤਮਿਕ ਦੁਨੀਆ ਦੇ ਉਹਨਾਂ ਦੇ ਅਨੁਭਵ ਪਹਿਲਾਂ ਤੋਂ ਬਿਲਕੁਲ ਅਲੱਗ ਸੀ। ਕਿ ਇਹ ਕਾਰਨ ਨਹੀਂ ਹੈ ਕਿ ਪੂਰੀ ਦੁਨੀਆ ਤੋਂ ਕਈ ਲੋਕ ਸੱਚਾਈ ਵਿੱਚ ਆ ਰਹੇ ਹਨ। ਸਿਓਨ ਦੀਆਂ ਸਾਰੀਆਂ ਸੰਤਾਨਾਂ ਨੂੰ ਦ੍ਰਿੜਤਾ ਨਾਲ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਇਸ ਦੇ ਇਲਾਵਾ ਜੋ ਲੋਕ ਮਾਤਾ ਜੀ ਦੇ ਵਚਨਾਂ ਉੱਤੇ ਨਿਰਭਰ ਰਹਿੰਦੇ ਹਨ
ਉਹ ਪੱਕੇ ਤਰੀਕੇ ਨਾਲ ਸ਼ਾਨਦਾਰ ਨਤੀਜੇ ਹਾਸਲ ਕਰਨਗੇ। ਅਜਿਹਾ ਕਰਨ ਨਾਲ ਆਓ ਅਸੀਂ ਜਿੱਥੇ ਕਿਤੇ ਮਾਤਾ ਜੀ ਸਾਨੂੰ ਲੈ ਜਾਂਦੇ ਹਨ, ਅੰਤ ਤੱਕ ਮਾਤਾ ਜੀ ਦੇ ਪਿੱਛੇ ਚੱਲੀਏ। ਹੁਣ ਤੋਂ ਸਾਡੀ ਖੁਸ਼ਖਬਰੀ ਦਾ ਕੰਮ ਅਲੱਗ ਹੋਵੇਗਾ। ਆਓ ਅਸੀਂ ਮਾਤਾ ਜੀ ਦੇ ਇਹਨਾਂ ਵਚਨਾਂ ਨੂੰ ਹੁਣ ਤੋਂ ਸਾਡੀ ਖੁਸ਼ਖਬਰੀ ਦਾ ਕੰਮ ਅਲੱਗ ਹੋਵੇਗਾ ਹਲਕੇ 'ਚ ਨਾ ਲਈਏ ਅਤੇ ਇੱਕ ਵਾਰ ਦੁਬਾਰਾ ਆਪਣੇ ਦਿਲਾਂ ਵਿੱਚ ਉਤਾਰੀਏ ਅਤੇ ਬੁੱਧਵਾਨ ਸੰਤਾਨ ਬਣੀਏ ਜੋ ਚੱਟਾਨ ਉੱਤੇ ਸਾਡੇ ਵਿਸ਼ਵਾਸ ਨੂੰ ਬਣਾਉਂਦੀ ਹੈ, ਤਾਂ ਜੋ ਅਸੀਂ ਅੱਗੇ ਵਧ ਸਕੀਏ ਅਤੇ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ, ਦੋਸਤਾਂ, ਗੁਆਂਢੀਆਂ, ਜਾਣਨ ਵਾਲਿਆਂ ਨਾਲ ਪੂਰੇ ਦੇਸ਼ ਵਿੱਚ ਲੋਕਾਂ ਨੂੰ ਅਤੇ ਪੂਰੀ ਦੁਨੀਆ ਵਿੱਚ ਸਾਰੇ ਲੋਕਾਂ ਨੂੰ ਬਚਾ ਸਕੀਏ। ਉਮੀਦ ਕਰਦੇ ਹੋਏ ਕਿ ਤੁਸੀਂ ਬਹੁਤ ਜ਼ਿਆਦਾ ਕਿਰਪਾ ਹਾਸਲ ਕਰੋ, ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।